ਅਜਿਹਾ ਹੀ ਇੱਕ ਮਹਿਮਾਨ ਉਸ ਸ਼ਾਮ ਨੂੰ ਜਿਸ ਦਾ ਇੰਨਾ ਭਿਆਨਕ ਅੰਤ ਹੋਇਆ ਅਤੇ ਜਿਸ ਦੀ ਹੁਣ ਮੈਂ ਚਰਚਾ ਕਰਨੀ ਚਾਹੁੰਦਾ ਹਾਂ, ਹੋਟਲ ਦੇ ਮੇਰੇ ਕਮਰੇ ਵਿੱਚ ਆ ਗਿਆ। ਸਾਰੇ ਮਹਿਮਾਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਹ ਨਸ਼ੇ ਵਿੱਚ ਗੁੱਟ ਮੇਰੀ ਖੋਪੜੀ ਤੇ ਸਵਾਰ ਰਿਹਾ। ਕਮਰੇ ਦੀ ਹਰ ਸੰਭਵ ਜਗ੍ਹਾ ਤੇ ਉਸਨੇ ਸਿਗਰਟ ਦੇ ਟੋਟੇ ਬੁਝਾਏ। ਅਜਿਹਾ ਕਰਦੇ ਹੋਏ ਉਸਨੇ ਨਾ ਤਾਂ ਪਰਦਿਆਂ ਨੂੰ ਛੱਡਿਆ, ਨਾ ਕੁਰਸੀ ਦੀ ਬਾਹ ਨੂੰ, ਨਾ ਮੇਰੇ ਸੂਟਕੇਸ ਅਤੇ ਨਾ ਹੀ ਮੇਜ਼ ਤੇ ਰੱਖੇ ਮੇਰੇ ਕਾਗਜ਼ਾਂ ਨੂੰ। ਸ਼ੁਰੂ ਵਿੱਚ ਉਸਨੇ ਮੇਰੀ ਸਿਫਤ ਕੀਤੀ ਅਤੇ ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾਈ। ਫਿਰ ਉਸਨੇ ਆਪਣੀ ਸਿਫਤ ਕੀਤੀ, ਮੈਂ ਸਹਿਮਤੀ ਪ੍ਰਗਟ ਕੀਤੀ। ਉਸ ਤੋਂ ਬਾਅਦ ਉਸਨੇ ਆਪਣੀ ਬੀਵੀ ਦੀ ਸਿਫਤ ਕੀਤੀ, ਮੈਂ ਇਸ ਨਾਲ ਵੀ ਸਹਿਮਤ ਰਿਹਾ। ਆਖਰ ਉਹ ਮੈਨੂੰ ਬੁਰਾ ਭਲਾ ਕਹਿਣ ਅਤੇ ਮੇਰੇ ਤੇ ਹਰ ਤਰ੍ਹਾਂ ਦਾ ਚਿੱਕੜ ਉਛਾਲਣ ਲੱਗਿਆ। ਮੈਂ ਇਸ ਦੇ ਨਾਲ ਵੀ ਸਹਿਮਤੀ ਪ੍ਰਗਟ ਕੀਤੀ। ਹੁਣ ਇਹ ਆਪਣੇ ਆਪ ਨੂੰ ਅਤੇ ਫਿਰ ਆਪਣੀ ਬੀਵੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰੇਗਾ। ਮੈਂ ਘਬਰਾ ਕੇ ਮਨ ਹੀ ਮਨ ਵਿੱਚ ਸੋਚਿਆ, ਪਰ ਜਗ੍ਹਾ ਤੱਕ ਪਹੁੰਚਦੇ ਜਿੱਥੇ ਤਰਕਸ਼ੀਲ ਢੰਗ ਨਾਲ ਉਸਨੇ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰਨਾ ਸੀ, ਮੇਰੇ ਮਹਿਮਾਨ ਨੇ ਅਚਾਨਕ ਕਾਹਲੀ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ। ਹਾਂ, ਇਸ ਖਿਆਲ ਨਾਲ ਕਿ ਉਸ ਦੇ ਜਾਣ ਨਾਲ ਮੈਨੂੰ ਬਹੁਤਾ ਦੁੱਖ ਨਾ ਹੋਵੇ। ਉਹ ਅਗਲੇ ਦਿਨ ਆਉਣ ਦਾ ਵਾਅਦਾ ਕਰ ਗਿਆ। ਕਦੇ ਕਦੇ ਅਜਿਹਾ ਕਿਹਾ ਜਾਂਦਾ ਹੈ ਕਿ ਮਹਿਮਾਨ ਹਰ ਪੱਖੋਂ ਸੁੰਦਰ ਹੁੰਦਾ ਹੈ, ਪਰ ਫਿਰ ਵੀ ਉਸ ਦੀ ਪਿੱਠ ਸਭ ਤੋਂ ਸੁੰਦਰ ਹੁੰਦੀ ਹੈ। ਇਸ ਦਿਨ ਮੈਂ ਇਸ ਕਹਾਵਤ ਦਾ ਸਹੀ ਅਰਥ ਸਮਝਿਆ। ਆਪਣੇ ਇਸ ਜਾਂਦੇ ਹੋਏ ਮਹਿਮਾਨ ਦੀ ਪਿੱਠ ਮੈਨੂੰ ਬਹੁਤ ਹੀ ਖੂਬਸੂਰਤ ਲੱਗੀ ਤਾਂ ਅੱਜ ਦੀ ਸ਼ਾਮ ਸਾਰੀਆਂ ਮੁਸੀਬਤਾਂ ਤੋਂ ਖਹਿੜਾ ਛੁੱਟਿਆ। ਮੈਂ ਰਾਹਤ ਦਾ ਸਾਹ ਲੈਂਦੇ ਹੋਏ ਮਨ ਹੀ ਮਨ ਸੋਚਿਆ, ਹੁਣ ਚੈਨ ਨਾਲ ਸੁੱਤਾ ਜਾ ਸਕਦਾ ਹੈ। ਮੈਂ ਝੱਟ ਦਰਵਾਜ਼ਾ ਬੰਦ ਕੀਤਾ, ਦੱਬੇ ਪੈਰ ਕੰਬਲ ਵਿੱਚ ਜਾ ਵੜਿਆ ਅਤੇ ਤੁਰੰਤ ਹੀ ਮੇਰੀ ਅੱਖ ਲੱਗ ਗਈ। ਮੈਨੂੰ ਅਜਿਹੀ ਮਜ਼ੇ ਦੀ ਨੀਂਦ ਆਈ ਜਿਵੇਂ ਉਸ ਸਮੇਂ ਲੰਬੇ ਗਰਮ ਚੋਗੇ ਵਿੱਚ ਆਉਂਦੀ ਹੈ, ਜਦੋਂ ਬਾਹਰ ਬਾਰਿਸ਼ ਕਿਣ-ਮਿਣ ਦਾ ਆਪਣਾ ਰਾਗ ਅਲਾਪਦੀ ਹੁੰਦੀ ਹੈ। ਸੁਪਨੇ ਵਿੱਚ ਮੈਨੂੰ ਦਿਖਾਈ ਦਿੱਤਾ ਕਿ ਮੈਂ ਸੱਚਮੁੱਚ ਹੀ ਅੱਗ ਕੋਲ ਲੰਬਾ ਗਰਮ ਚੋਗਾ ਪਹਿਨੀ ਪਿਆ ਹਾਂ ਅਤੇ ਮੇਰੇ ਆਲੇ ਦੁਆਲੇ ਚਰਵਾਹੇ ਬੈਠੇ ਹਨ। ਉਹ ਅੱਗ ਵਿੱਚ ਲੱਕੜਾਂ ਲਗਾ ਰਹੇ ਹਨ। ਅੱਗ ਵਿੱਚੋਂ ਧੂੰਆਂ ਨਿਕਲ ਰਿਹਾ ਸੀ, ਜਿਸ ਨਾਲ ਮੇਰੀਆਂ ਅੱਖਾਂ ਵਿੱਚ ਜਲਨ ਅਤੇ ਨੱਕ ਵਿੱਚ ਖੁਰਕ ਹੋ ਰਹੀ ਸੀ। ਇਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਜਿਵੇਂ ਬੇਕਰੀ ਵਿੱਚ ਮਹਿਸੂਸ ਕੀਤਾ, ਜਿੱਥੇ ਪਤਾ ਨਹੀਂ ਕਿਸ ਕਾਰਨ ਜਲੀ ਹੋਈ ਰੋਟੀ ਦੀ ਗੰਧ ਆ ਰਹੀ ਸੀ। ਇਸ ਤੋਂ ਬਾਅਦ ਮੈਂ ਇਹ ਦੇਖਿਆ ਕਿ ਐਤਵਾਰ ਦੇ ਦਿਨ ਮੈਂ ਦੋਸਤਾਂ ਨਾਲ ਸ਼ਹਿਰ ਤੋਂ ਬਾਹਰ ਗਿਆ ਹਾਂ ਅਤੇ ਉੱਥੇ ਅਸੀਂ ਸਵਾਦਲਾ ਸੀਖ ਕਬਾਬ ਭੁੰਨ ਰਹੇ ਹਾਂ। ਅੱਖਾਂ ਵਿੱਚ ਅਸਹਿ ਜਲਨ ਅਨੁਭਵ ਹੋਣ ਤੇ ਮੇਰੀ ਅੱਖ ਖੁੱਲੀ। ਮੈਂ ਇੱਕਦਮ ਉੱਠਿਆ। ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਕਮਰਾ ਧੂਏ ਨਾਲ ਭਰਿਆ ਹੋਇਆ ਸੀ ਅਤੇ ਦਰਵਾਜ਼ੇ ਦੇ ਨੇੜੇ ਵੀ ਜਿਵੇਂ ਅੱਗ ਬਲ ਰਹੀ ਸੀ। ਮੈਂ ਅੱਗ ਵੱਲ ਦੌੜਿਆ ਤਾਂ ਦੇਖਿਆ ਕਿ ਮੇਰਾ ਸੂਟਕੇਸ ਜਲ ਰਿਹਾ ਹੈ। ਮੇਰੇ ਸੂਟਕੇਸ ਤੇ ਦੁਨੀਆ ਦੇ ਬਿਹਤਰੀਨ ਹੋਟਲਾਂ ਦੇ ਨਿਸ਼ਾਨ ਲੱਗੇ ਹੋਏ ਸਨ। ਕਿੰਨੇ ਦੇਸ਼ਾਂ ਦੀ ਮੈਂ ਇਸ ਦੇ ਨਾਲ ਯਾਤਰਾ ਕੀਤੀ ਸੀ। ਕਿੰਨੇ ਚੁੰਗੀਆਂ ਤੋਂ ਅਸੀਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਨਿਕਲੇ ਸੀ। ਇਹ ਸਹੀ ਹੈ ਕਿ ਉਸ ਵਿੱਚ ਕਦੇ ਕੋਈ ਇਤਰਾਜ਼ਯੋਗ ਚੀਜ਼ ਨਹੀਂ ਹੁੰਦੀ ਸੀ, ਪਰ ਫਿਰ ਵੀ ਵੋਦਕਾ ਦੀ ਬੋਤਲ ਜੋ ਦੋਸਤਾਂ ਨੂੰ ਭੇਂਟ ਕਰਨ ਲਈ ਹੁੰਦੀ ਸੀ, ਜਾਂ ਸਿਗਰਟਾਂ ਦਾ ਵਾਧੂ ਪੈਕੇਟ, ਜਾਂ ਬੀਵੀ ਲਈ ਸੁੰਦਰ ਬਲਾਊਜ਼ ਦੇਖ ਕੇ ਚੁੰਗੀ ਵਾਲੇ ਕਦੇ-ਕਦੇ ਚਮਕ ਉੱਠਦੇ ਸਨ। ਤਾਂ ਮੇਰਾ ਇਹ ਸੂਟਕੇਸ ਜੋ ਇੰਨੀਆਂ ਚੁੰਗੀਆਂ ਤੋਂ ਸਹੀ ਸਲਾਮਤ ਨਿਕਲ ਆਇਆ ਸੀ, ਮਾਸਕੋ ਹੋਟਲ ਦੇ ਸ਼ਾਂਤ ਕਮਰੇ ਵਿੱਚ ਆ ਕੇ ਜਲ ਗਿਆ। ਮੈਂ ਜਲਦੇ ਹੋਏ ਸੂਟਕੇਸ ਦੇ ਬਚੇ ਖੁਚੇ ਹਿੱਸਿਆਂ ਨੂੰ ਜਲਦੀ ਨਾਲ ਚੁੱਕਿਆ, ਨਹਾਉਣ ਵਾਲੇ ਟੱਬ ਵਿੱਚ ਪਾਇਆ ਅਤੇ ਟੂਟੀ ਚਲਾ ਦਿੱਤੀ। ਧੂਏ ਦੇ ਨਵੇਂ ਬੱਦਲ ਉੱਠੇ। ਮੇਰੇ ਹੱਥ ਅਤੇ ਸ਼ਾਇਦ ਚਿਹਰਾ ਵੀ ਕੁਝ ਜਲ ਗਿਆ ਸੀ, ਪਰ ਜਿਸ ਕੁਰਸੀ ਤੇ ਪਹਿਲਾਂ ਸੂਟਕੇਸ ਰੱਖਿਆ ਸੀ, ਹੁਣ ਉਸ ਦੀ ਜਾਂ ਗਲੀਚੇ ਅਤੇ ਪਰਦਿਆਂ ਦੀ ਅੱਗ ਬੁਝਾਉਣੀ ਜ਼ਰੂਰੀ ਸੀ। ਮੈਂ ਦੌੜ ਕੇ ਆਪਣੀ ਮੰਜ਼ਿਲ ਤੇ ਡਿਊਟੀ ਦੇਣ ਵਾਲੀ ਔਰਤ ਨੂੰ ਟੈਲੀਫੋਨ ਕੀਤਾ। ਮੈਂ ਜਲ ਰਿਹਾ, ਮੈਂ ਉੱਚੀ ਆਵਾਜ਼ ਵਿੱਚ ਕਿਹਾ, ਮੇਰੀ ਮਦਦ ਲਈ ਆਓ। ਪਰ ਡਿਊਟੀ ਵਾਲੀ ਨੇ ਸ਼ਾਇਦ ਇਹੀ ਸੋਚਿਆ ਕਿ ਰਸੂਲ ਤਾਂ ਸਿਰਫ ਪਿਆਰ ਦੀ ਅੱਗ ਵਿੱਚ ਹੀ ਜਲ ਸਕਦਾ ਹੈ ਅਤੇ ਇਸ ਵੇਲੇ ਉਸੇ ਦੀ ਮੁਹੱਬਤ ਦੀ ਅੱਗ ਵਿੱਚ ਜਲ ਰਿਹਾ ਹੈ। ਇਸ ਲਈ ਉਸਨੇ ਬੜੀ ਤਸੱਲੀ ਨਾਲ ਮਾਂ ਵਰਗੇ ਅੰਦਾਜ਼ ਵਿੱਚ ਜਵਾਬ ਦਿੱਤਾ, ਰਸੂਲ ਬਸ ਇਹ ਸਭ ਰਹਿਣ ਦਿਓ, ਹੁਣ ਸੌਂ ਜਾਓ, ਸੁਬਾਹ ਤੱਕ ਬਿਲਕੁਲ ਠੀਕ ਠਾਕ ਹੋ ਜਾਓਗੇ। ਔਰਤੋਂ ਕਿੰਨੀ ਵਾਰ ਮੈਂ ਉਹਨਾਂ ਨੂੰ ਮਜ਼ਾਕ ਵਿੱਚ ਇਹ ਕਿਹਾ ਸੀ ਕਿ ਮੈਂ ਜਲਿਆ ਜਾ ਰਿਹਾ ਹਾਂ ਅਤੇ ਮੇਰੇ ਤੇ ਵਿਸ਼ਵਾਸ ਕਰਕੇ ਉਹ ਮੇਰੀ ਮਦਦ ਲਈ ਆਈਆਂ ਸਨ, ਪਰ ਜਦੋਂ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਹੀ ਅਸਲੀ ਅੱਗ ਨੇ ਮੈਨੂੰ ਆ ਘੇਰਿਆ ਸੀ ਤਾਂ ਕਿਸੇ ਨੇ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਸੀ। ਅੱਗ ਬੁਝਾਉਣ ਵਾਲੇ ਇੱਕ ਬਹਾਦਰ ਆਦਮੀ ਵਾਂਗ ਮੈਂ ਅੱਗ ਦੇ ਖਿਲਾਫ ਮੋਰਚਾ ਲਗਾਇਆ। ਆਖਿਰ ਮੈਨੂੰ ਗਲੀਚੇ, ਕੁਰਸੀਆਂ ਅਤੇ ਪਰਦਿਆਂ ਦੀ ਅੱਗ ਅਤੇ ਲੱਕੜ ਦੇ ਫਰਸ਼ ਦੀਆਂ ਸੁਲਗਦੀਆਂ ਤਖਤੀਆਂ ਨੂੰ ਬੁਝਾਉਣ ਵਿੱਚ ਵੀ ਕਾਮਯਾਬੀ ਮਿਲ ਗਈ। ਹਾਂ, ਮੈਂ ਅੱਗ ਤੇ ਜਿੱਤ ਤਾਂ ਪ੍ਰਾਪਤ ਕਰ ਲਈ ਸੀ, ਪਰ ਅਜਿਹਾ ਕਰ ਸਕਣ ਤੋਂ ਪਹਿਲਾਂ ਉਸਨੇ ਮੇਰਾ ਕਾਫੀ ਨੁਕਸਾਨ ਕਰ ਦਿੱਤਾ ਸੀ।
ਸ਼ਾਇਦ ਨਸ਼ੇ ਵਿੱਚ ਗੁੱਟ ਮਹਿਮਾਨ ਨੇ ਮੇਰੇ ਸੂਟਕੇਸ ਵਿੱਚ ਸਿਗਰਟ ਦਾ ਟੋਟਾ ਸੁੱਟ ਦਿੱਤਾ ਸੀ ਅਤੇ ਉੱਥੋਂ ਹੀ ਸਾਰੀ ਮੁਸੀਬਤ ਸ਼ੁਰੂ ਹੋਈ ਸੀ। ਮੇਰੀਆਂ ਕਮੀਜ਼ਾਂ, ਸੂਟ ਅਤੇ ਬ੍ਰਸੇਲਸ ਤੋਂ ਲਿਆਂਦੇ ਹੋਏ ਸਾਰੇ ਤੋਹਫੇ ਜਲ ਗਏ। ਹੋਟਲ ਦੇ ਪ੍ਰਬੰਧਕਾਂ ਨੇ ਗਲੀਚੇ, ਕੁਰਸੀਆਂ ਅਤੇ ਪਰਦਿਆਂ ਦਾ ਹਿਸਾਬ ਜੋੜ ਕੇ ਖਾਸੀ ਵੱਡੀ ਰਕਮ ਦਾ ਬਿੱਲ ਮੇਰੇ ਸਾਹਮਣੇ ਪੇਸ਼ ਕਰ ਦਿੱਤਾ। ਖੁਦ ਮੈਨੂੰ ਹਸਪਤਾਲ ਜਾਣਾ ਪਿਆ। ਘਰੇ ਬੀਵੀ ਨੂੰ ਟੈਲੀਫੋਨ ਕੀਤਾ ਕਿ ਕਿਸੇ ਜ਼ਰੂਰੀ ਕੰਮ ਕਰਕੇ ਰੁਕ ਰਿਹਾ ਹਾਂ, ਪਰ ਕਿਉਂਕਿ ਇਹ ਨਹੀਂ ਸੋਚਿਆ ਸੀ ਕਿ ਕਿਹੜੇ ਜ਼ਰੂਰੀ ਕੰਮ ਕਰਕੇ ਰੁਕ ਰਿਹਾ ਹਾਂ, ਇਸ ਲਈ ਫਿਰ ਫੋਨ ਕਰਨ ਦਾ ਵਾਅਦਾ ਕੀਤਾ ਤਾਂ ਕਮਬਖਤ ਇੱਕ ਟੋਟੇ ਨੇ ਕੀ ਗਜ਼ਬ ਕਰ ਦਿੱਤਾ ਸੀ। ਪਰ ਸੱਚ ਤਾਂ ਇਹ ਹੈ ਕਿ ਮੇਰੇ ਸਭ ਤੋਂ ਵੱਡੇ ਨੁਕਸਾਨ ਦੇ ਮੁਕਾਬਲੇ ਇਹ ਸਾਰੀ ਹਾਨੀ ਤਾਂ ਬੜੀ ਤੁੱਛ ਜਿਹੀ ਮਹਿਸੂਸ ਹੋਈ। ਸੂਟਕੇਸ ਵਿੱਚ ਉਹ ਖਰੜਾ ਪਿਆ ਸੀ ਜਿਸ 'ਤੇ ਮੈਂ ਪਿਛਲੇ 2 ਸਾਲ ਤੋਂ ਕੰਮ ਕਰ ਰਿਹਾ ਸੀ। ਕਹਿੰਦੇ ਹਨ ਕਿ ਸਭ ਤੋਂ ਵੱਡੀ ਮੱਛੀ ਉਹ ਹੁੰਦੀ ਹੈ ਜੋ ਕਾਂਟੇ ਵਿੱਚੋਂ ਨਿਕਲ ਜਾਵੇ। ਸਭ ਤੋਂ ਮੋਟਾ ਪਹਾੜੀ ਬੱਕਰਾ ਉਹ ਹੁੰਦਾ ਹੈ ਜਿਸ 'ਤੇ ਸਾਧਿਆ ਹੋਇਆ ਨਿਸ਼ਾਨਾ ਖੁੰਝ ਜਾਵੇ। ਸਭ ਤੋਂ ਜ਼ਿਆਦਾ ਖੂਬਸੂਰਤ ਔਰਤ ਉਹ ਹੁੰਦੀ ਹੈ ਜੋ ਤੁਹਾਨੂੰ ਛੱਡ ਜਾਵੇ। ਮੇਰੇ ਖਰੜੇ ਦੇ ਬਹੁਤ ਸਾਰੇ ਪੰਨੇ ਜਲ ਗਏ। ਹੁਣ ਮੈਨੂੰ ਲੱਗਦਾ ਹੈ ਕਿ ਉਹੀ ਮੇਰੇ ਤੋਂ ਸਭ ਤੋਂ ਵਧੀਆ ਪੰਨੇ ਸਨ। ਇਸ ਤੋਂ ਇਲਾਵਾ ਕਾਂਟੇ ਵਿੱਚੋਂ ਨਿਕਲ ਜਾਣ ਵਾਲੀ ਮੱਛੀ ਤਾਂ ਮੇਰੀ ਸੀ ਹੀ ਨਹੀਂ। ਜਿਸ ਪਹਾੜੀ ਬੱਕਰੇ 'ਤੇ ਸਾਧਿਆ ਨਿਸ਼ਾਨਾ ਖੁੰਝਿਆ ਉਹ ਵੀ ਮੇਰਾ ਨਹੀਂ ਸੀ। ਛੱਡ ਕੇ ਜਾਣ ਵਾਲੀ ਔਰਤ ਵੀ ਮੇਰੀ ਨਹੀਂ ਸੀ, ਪਰ ਜਲ ਜਾਣ ਵਾਲੇ ਪੰਨੇ ਸਾਰੇ ਮੇਰੇ ਸਨ। ਉਹਨਾਂ ਦੀ ਕਲਪਨਾ ਮੈਂ ਖੁਦ ਕੀਤੀ ਸੀ। ਮੈਂ ਉਹਨਾਂ ਨੂੰ ਜਿਉਇਆ ਸੀ ਅਤੇ ਪਰੇਸ਼ਾਨ ਹੋ ਕੇ ਰਚਿਆ ਸੀ। ਬੜੇ ਧੀਰਜ ਨਾਲ ਅਨੇਕਾਂ ਉਨੀਂਦੀਆਂ ਰਾਤਾਂ ਅਤੇ ਦਿਨਾਂ ਵਿੱਚ ਮੈਂ ਉਹਨਾਂ 'ਤੇ ਮਿਹਨਤ ਕੀਤੀ ਸੀ। ਇਸ ਲਈ ਆਪਣੇ ਖਰੜੇ ਦੇ ਨਸ਼ਟ ਹੋਣ 'ਤੇ ਮੈਨੂੰ ਬੜਾ ਦੁੱਖ ਹੋਇਆ ਸੀ। ਇਸ ਲਈ ਮੈਂ ਸੋਚਦਾ ਹਾਂ ਕਿ ਉਹ ਮੇਰੀ ਸਭ ਤੋਂ ਚੰਗੀ ਪੁਸਤਕ ਸੀ। ਮੈਂ ਕੁਝ ਹੀ ਸਮੇਂ ਵਿੱਚ ਉਸ ਖੇਤ ਵਾਂਗ ਉਜਾੜ ਜਿਹਾ ਹੋ ਗਿਆ ਜਿਸ ਤੋਂ ਪੂਲੇ ਚੁੱਕ ਲਏ ਜਾਂਦੇ ਹਨ, ਜਾਂ ਉਸ ਆਖਰੀ ਪੂਲੇ ਵਰਗਾ ਹੋ ਗਿਆ ਜਿਸ ਨੂੰ ਲੋਕ ਲਿਜਾਣਾ ਭੁੱਲ ਗਏ ਸਨ। ਜਲੇ ਹੋਏ ਪੰਨਿਆਂ ਦਾ ਹਰ ਸ਼ਬਦ ਮੈਨੂੰ ਮੋਤੀ ਜਿਹਾ ਪ੍ਰਤੀਤ ਹੋਣ ਲੱਗਿਆ। ਪੰਕਤੀਆਂ ਮੇਰੀ ਕਲਪਨਾ ਵਿੱਚ ਕੀਮਤੀ ਹਾਰ ਬਣ ਗਈਆਂ। ਮੈਨੂੰ ਅਜਿਹਾ ਧੱਕਾ ਲੱਗਿਆ ਸੀ ਕਿ 2 ਸਾਲ ਤੱਕ ਮੈਂ ਨਸ਼ਟ ਹੋਏ ਖਰੜੇ ਨੂੰ ਬਹਾਲ ਕਰਨ ਲਈ ਨਹੀਂ ਬੈਠ ਸਕਿਆ। ਆਖਰ ਜਦੋਂ ਸ਼ਾਂਤ ਹੋ ਗਿਆ ਤਾਂ ਇਹ ਗੱਲ ਮੇਰੀ ਸਮਝ ਵਿੱਚ ਆਈ ਕਿ ਬੇਸ਼ੱਕ ਮੈਂ ਲਗਭਗ ਉਨ੍ਹਾਂ ਹੀ ਚੀਜ਼ਾਂ ਬਾਰੇ ਦੁਬਾਰਾ ਲਿਖ ਸਕਦਾ ਹਾਂ, ਪਰ ਪਹਿਲਾਂ ਵਾਲੇ ਪੰਨਿਆਂ ਨੂੰ ਵਾਪਸ ਲਿਆਉਣਾ ਸੰਭਵ ਨਹੀਂ। ਇਹ ਬਿਲਕੁਲ ਉਹੋ ਜਿਹੀ ਹੀ ਗੱਲ ਸੀ ਕਿ ਜਿਵੇਂ ਕਿਸੇ ਮਾਂ-ਬਾਪ ਦਾ ਬਹੁਤ ਪਿਆਰਾ ਬੱਚਾ ਮਰ ਜਾਂਦਾ ਹੈ ਤਾਂ ਕੁਝ ਸਮਾਂ ਗੁਜ਼ਰਨ 'ਤੇ ਉਹਨਾਂ ਦਾ ਦੂਜਾ ਬੱਚਾ ਹੋ ਸਕਦਾ ਹੈ ਅਤੇ ਉਸ ਨੂੰ ਵੀ ਉਹ ਓਨਾ ਹੀ ਪਿਆਰ ਕਰਨਗੇ, ਪਰ ਫਿਰ ਵੀ ਉਹ ਉਹੀ ਨਹੀਂ ਬਣ ਸਕਦਾ ਜਿਸ ਨੂੰ ਉਹ ਖੋ ਚੁੱਕੇ ਹਨ, ਬਲਕਿ ਦੂਜਾ ਵਿਅਕਤੀ ਹੋਵੇਗਾ। ਕਹਿੰਦੇ ਹਨ ਕਿ ਕਵਿਤਾ ਪਾਣੀ ਤੋਂ ਘਬਰਾਉਂਦੀ ਹੈ। ਕਵਿਤਾ ਤਾਂ ਅੱਗ ਹੈ ਅਤੇ ਕਵੀ ਦੀ ਸਿਰਜਣਾ ਉਸ ਅੱਗ ਵਿੱਚ ਉਸ ਦਾ ਜਲ ਜਾਣਾ। ਹਾਂ, ਕਵਿਤਾਵਾਂ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਪਰ ਅੱਲਾ ਉਹਨਾਂ ਨੂੰ ਅਜਿਹੀ ਅੱਗ ਤੋਂ ਵੀ ਬਚਾਵੇ ਜਿਸ ਨਾਲ ਹੋਟਲ ਦੇ ਕਮਰੇ ਵਿੱਚ ਮੇਰੀਆਂ ਕਵਿਤਾਵਾਂ ਦਾ ਵਾਹ ਪਿਆ। ਅਬੂ ਤਾਲਿਬ ਦੇ ਫਲੈਟ ਵਿੱਚ ਕਿਵੇਂ ਚੋਰੀ ਹੋਈ? ਮੈਂ ਨਹੀਂ ਜਾਣਦਾ ਕਿ ਇਹ ਕਿਵੇਂ ਹੋਇਆ, ਕਿਸ ਨੇ ਇਹ ਚਾਲ ਚੱਲੀ ਅਤੇ ਕਿਉਂ ਅਜਿਹਾ ਹੋਇਆ ਕਿ ਅਬੂ ਤਾਲਿਬ ਦੇ ਘਰ ਕੋਈ ਨਹੀਂ ਸੀ ਅਤੇ ਉਸ ਦੇ ਫਲੈਟ ਵਿੱਚ ਚੋਰੀ ਹੋ ਗਈ। ਜਦੋਂ ਜਾਂਚ ਕੀਤੀ ਗਈ ਤਾਂ ਬੇਟੀ ਦੀ ਸੋਨੇ ਦੀ ਘੜੀ, ਸੋਨੇ ਦੀ ਅੰਗੂਠੀ, ਕਾਂਟੇ ਅਤੇ ਅਜਿਹੇ ਹੀ ਕੁਝ ਹੋਰ ਗਹਿਣੇ ਗਾਇਬ ਸਨ। ਫਰ ਦਾ ਕੋਟ, ਫਰਾਕ, ਸੈਂਡਲ, ਬੂਟ ਅਤੇ ਰੁਪਏ ਵੀ ਨਹੀਂ ਸਨ। ਅਬੂ ਤਾਲਿਬ ਦੀ ਬੀਵੀ ਤਾਂ ਗਸ਼ ਖਾਂਦੇ ਖਾਂਦੇ ਬਚੀ। ਬੇਟੀ ਪਲੰਗ 'ਤੇ ਡਿੱਗ ਕੇ ਰੋਣ ਲੱਗੀ, ਪਰ ਅਬੂ ਤਾਲਿਬ ਦੂਜੇ ਕਮਰੇ ਵਿੱਚ ਜਾ ਕੇ ਫਰਸ਼ 'ਤੇ ਬੈਠ ਗਏ ਅਤੇ ਸ਼ਹਿਨਾਈ ਵਜਾਉਣ ਲੱਗੇ। ਅਬੂ ਤਾਲਿਬ ਦੀ ਬੀਵੀ ਝਟਪਟ ਉੱਥੇ ਆ ਕੇ ਨਾਰਾਜ਼ ਹੋਣ ਲੱਗੀ। ਕੋਈ ਸ਼ਰਮ ਹਯਾ ਹੈ ਤੁਹਾਨੂੰ? ਇੰਨੀ ਵੱਡੀ ਮੁਸੀਬਤ ਅਤੇ ਤੁਸੀਂ ਕੀ ਕਰ ਰਹੇ ਹੋ? ਜਲਦੀ ਹੀ ਮਿਲੀਸ਼ੀਆ ਮੈਨ ਜਾਂ ਪ੍ਰੋਸੀਕਿਊਟਰ ਨੂੰ ਬੁਲਾਉਣਾ ਚਾਹੀਦਾ ਹੈ। ਜਿਹੀ ਵੀ ਕੀ ਮੁਸੀਬਤ ਹੈ? ਮੇਰੀਆਂ ਕਵਿਤਾਵਾਂ ਸਹੀ ਸਲਾਮਤ ਨੇ। ਦੇਖੋ ਤਾਂ ਮੇਰੇ ਸਾਰੇ ਕਾਗਜ਼ ਪਹਿਲਾਂ ਵਾਂਗ ਹੀ ਪਏ ਨੇ। ਚੋਰਾਂ ਨੇ ਉਹਨਾਂ ਨੂੰ ਛੂਹਿਆ ਵੀ ਨਹੀਂ। ਮੈਨੂੰ ਤਾਂ ਦੁਖੀ ਹੋਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ। ਕਿਸ ਨੂੰ ਜ਼ਰੂਰਤ ਹੈ ਤੁਹਾਡੀਆਂ ਕਵਿਤਾਵਾਂ ਦੀ, ਉਹ ਵੀ ਲਾਕ ਭਾਸ਼ਾ ਵਿੱਚ? ਮੇਰੀ ਭੋਲੀ ਬੀਵੀ, ਤੁਸੀਂ ਕੁਝ ਵੀ ਤਾਂ ਨਹੀਂ ਜਾਣਦੇ। ਅਜਿਹੇ ਵੀ ਲੋਕ ਨੇ ਜੋ ਕਵੀ ਵੀ ਕਹਾਉਂਦੇ ਨੇ ਅਤੇ ਵੈਸੇ ਪਰਾਈਆਂ ਕਵਿਤਾਵਾਂ ਵੀ ਚੁਰਾਇਆ ਕਰਦੇ ਨੇ। ਸ਼ੁਕਰ ਹੈ ਅੱਲਾ ਦਾ ਕਿ ਮੇਰੀਆਂ ਕਵਿਤਾਵਾਂ ਨਹੀਂ ਚੁਰਾਈਆਂ ਗਈਆਂ। ਸਾਲ ਭਰ ਮੈਂ ਇਹਨਾਂ 'ਤੇ ਮਿਹਨਤ ਕੀਤੀ ਹੈ ਅਤੇ ਜੇਕਰ ਇਹਨਾਂ ਵਿੱਚੋਂ ਇੱਕ ਵੀ ਖੋ ਜਾਂਦੀ ਤਾਂ ਮੇਰੇ ਲਈ ਬੜੇ ਦੁੱਖ ਦੀ ਗੱਲ ਹੁੰਦੀ। ਇਸ ਤੋਂ ਇਲਾਵਾ ਮੇਰੀ ਸ਼ਹਿਨਾਈ ਵੀ ਠੀਕ ਹੈ ਤਾਂ ਫਿਰ ਮੈਂ ਖੁਸ਼ ਹੋ ਕੇ ਇਸ ਨੂੰ ਕਿਉਂ ਨਾ ਵਜਾਵਾਂ। ਅਤੇ ਅਬੂ ਤਾਲਿਬ ਆਪਣੀ ਬੀਵੀ ਬੇਟੀ ਦੇ ਚੀਕ ਚਿਹਾੜੇ 'ਤੇ ਹੋਰ ਧਿਆਨ ਨਾ ਦੇ ਕੇ ਸ਼ਹਿਨਾਈ ਵਜਾਉਂਦੇ ਰਹੇ। ਅਫੰਦੀ ਕਾਪੀਏਵ ਨੇ ਮੈਨੂੰ ਇਹ ਗੱਲ ਸੁਣਾਈ। ਗਰਮੀ ਦੇ ਇੱਕ ਸੁਹਾਵਣੇ ਦਿਨ ਸੁਲੇਮਾਨ ਸਤਾਲਸਕੀ ਆਪਣੇ ਪਹਾੜੀ ਘਰ ਦੀ ਛੱਤ 'ਤੇ ਲੇਟਿਆ ਹੋਇਆ ਆਸਮਾਨ ਨੂੰ ਦੇਖ ਰਿਹਾ ਸੀ।
ਆਪਣੇ ਆਲੇ ਦੁਆਲੇ ਪੰਛੀ ਚਹਿਕ ਰਹੇ ਸਨ, ਝਰਨੇ ਚਰ-ਚਰ ਕਰ ਰਹੇ ਸਨ। ਹਰ ਕੋਈ ਇਹੀ ਸੋਚਦਾ ਸੀ ਕਿ ਸੁਲੇਮਾਨ ਆਰਾਮ ਕਰ ਰਿਹਾ ਹੈ। ਉਸ ਦੀ ਬੀਵੀ ਨੇ ਵੀ ਅਜਿਹਾ ਹੀ ਸੋਚਿਆ। ਛੱਤ ਤੇ ਚੜ੍ਹ ਕੇ ਉਸਨੇ ਪਤੀ ਨੂੰ ਆਵਾਜ਼ ਮਾਰੀ, ਖੀਨ ਕਾਲ ਤਿਆਰ ਹੋ ਗਏ, ਮੈਂ ਮੇਜ਼ ਤੇ ਲਗਾ ਦਿੱਤੇ ਨੇ, ਖਾਣੇ ਦਾ ਸਮਾਂ ਹੋ ਗਿਆ। ਸੁਲੇਮਾਨ ਨੇ ਕੋਈ ਜਵਾਬ ਨਹੀਂ ਦਿੱਤਾ, ਸਿਰ ਵੀ ਨਹੀਂ ਘੁਮਾਇਆ। ਕੁਝ ਦੇਰ ਬਾਅਦ ਇਹਨਾਂ ਨੇ ਦੂਜੀ ਵਾਰ ਪਤੀ ਨੂੰ ਬੁਲਾਇਆ। ਖੀਨ ਕਾਲ ਠੰਡੇ ਹੋਈ ਜਾ ਰਹੇ ਨੇ, ਥੋੜੀ ਦੇਰ ਬਾਅਦ ਖਾਣ ਵਾਲੇ ਨਹੀਂ ਰਹਿਣੇ। ਸੁਲੇਮਾਨ ਹਿੱਲਿਆ ਜੁਲਿਆ ਵੀ ਨਹੀਂ। ਫਿਰ ਉਸ ਦੀ ਬੀਵੀ ਇਹ ਸੋਚ ਕੇ ਕਿ ਪਤੀ ਹੇਠਾਂ ਨਹੀਂ ਆਉਣਾ ਚਾਹੁੰਦਾ, ਛੱਤ ਤੇ ਹੀ ਖਾਣਾ ਲੈ ਆਈ। ਉਸਨੇ ਇਹ ਕਹਿੰਦੇ ਹੋਏ ਉਸ ਵੱਲ ਥਾਲੀ ਵਧਾਈ, ਤੁਸੀਂ ਸੁਬਹ ਤੋਂ ਕੁਝ ਨਹੀਂ ਖਾਧਾ, ਦੇਖੋ ਤਾਂ ਮੈਂ ਤੁਹਾਡੇ ਲਈ ਕਿਹੋ ਜਿਹੇ ਸਵਾਦਲੇ ਖੀਨ ਕਾਲ ਤਿਆਰ ਕੀਤੇ ਨੇ। ਸੁਲੇਮਾਨ ਆਪੇ ਤੋਂ ਬਾਹਰ ਹੋ ਗਿਆ। ਉਹ ਆਪਣੀ ਜਗ੍ਹਾ ਤੋਂ ਉੱਠਿਆ ਅਤੇ ਚਿੰਤਤ ਪਤਨੀ ਤੇ ਵਰ ਪਿਆ, ਤੁਸੀਂ ਤਾਂ ਹਮੇਸ਼ਾ ਮੇਰੇ ਕੰਮ ਵਿੱਚ ਵਿਘਨ ਪਾਉਂਦੇ ਰਹਿੰਦੇ ਹੋ, ਪਰ ਤੁਸੀਂ ਤਾਂ ਵੈਸੇ ਹੀ ਬੇਕਾਰ ਲੇਟੇ ਹੋਏ ਸੀ। ਮੈਂ ਸੋਚਿਆ ਨਹੀਂ, ਮੈਂ ਕੰਮ ਕਰ ਰਿਹਾ ਹਾਂ, ਫਿਰ ਕਦੇ ਮੇਰੇ ਕੰਮ ਵਿੱਚ ਵਿਘਨ ਨਾ ਪਾਉਣਾ। ਹਾਂ, ਇਸੇ ਦਿਨ ਸੁਲੇਮਾਨ ਨੇ ਵੀ ਨਵੀਂ ਕਵਿਤਾ ਰਚੀ ਸੀ। ਤਾਂ ਕਵੀ ਜਦੋਂ ਲੇਟਿਆ ਹੋਇਆ ਆਕਾਸ਼ ਨੂੰ ਦੇਖਦਾ ਹੈ, ਉਦੋਂ ਵੀ ਕੰਮ ਕਰਦਾ ਹੁੰਦਾ ਹੈ। ਪਤਨੀ ਪ੍ਰਤੀ ਕਵੀ ਨੇ ਅਜਿਹੇ ਭਾਵ ਜਤਾਏ, ਤੂੰ ਪ੍ਰਕਾਸ਼ ਮੇਰੇ ਜੀਵਨ ਦਾ, ਤੂੰ ਪ੍ਰਭਾਤ, ਤੂੰ ਤਾਰਾ, ਜਦੋਂ ਤੂੰ ਨੇੜੇ ਕੋਲੇ ਮੇਰੇ, ਸੁਖਦਾਈ ਮਿੱਠਾ ਜੀਵਨ, ਜਦੋਂ ਤੂੰ ਦੂਰ ਤਦੇ ਬਣਦਾ ਉਹ ਕੌੜਾ ਸਾਗਰ। ਪਰ ਪ੍ਰਕਾਸ਼ ਉਹ ਜਿਸ ਪਲ ਕਵੀ ਦੇ ਸਨਮੁਖ ਆਇਆ, ਉਸ ਨੂੰ ਦੇਖ ਕੇ ਉਹ ਤਰਬਕਿਆ, ਘਬਰਾ ਕੇ ਚਿল্ਲਾਇਆ, ਫਿਰ ਤੂੰ ਦੁਬਾਰਾ ਆ ਗਈ ਇੱਥੇ, ਹਾਏ ਰਾਮ ਜੀ, ਮੈਨੂੰ ਕੰਮ ਕਰਨ ਦੇ ਕੁਝ ਤਾਂ ਕਿਉਂ ਮੈਨੂੰ ਤੜਫਾਇਆ।